ਹੈਲੋ ਫਰੈਂਡਸ, ਵੈਲਕਮ ਟੂ ਮਾਈ YouTube ਚੈਨਲ। ਇਸ ਵੀਡੀਓ ਵਿੱਚ ਅਸੀਂ ਕਰ ਰਹੇ ਹਾਂ ਇਨ ਵਾਟ ਵੇਜ਼ ਡਿਡ ਸ਼ੇਕਸਪੀਅਰ ਡੈਵੀਏਟ ਫਰੋਮ ਟ੍ਰੈਡੀਸ਼ਨਲ ਐਲਿਜ਼ਾਬੈਥਨ ਸੋਨੇਟ। ਕਿ ਜੋ ਸ਼ੇਕਸਪੀਅਰ ਨੇ ਸੋਨੇਟ ਲਿਖੀਆਂ ਨੇ ਤਾਂ ਉਹਦੇ ਵਿੱਚ ਸ਼ੇਕਸਪੀਅਰ ਨੇ ਜੋ ਟ੍ਰੈਡੀਸ਼ਨਲ ਸੋਨੇਟ ਸੀ ਐਲਿਜ਼ਾਬੈਥਨ ਪੀਰੀਅਡ ਦੀਆਂ ਉਹਨਾਂ ਨਾਲੋਂ ਥੋੜ੍ਹਾ ਜਿਹਾ ਵੱਖਰਾ ਕੀ ਕੀਤਾ। ਜੋ MA ਇੰਗਲਿਸ਼ ਸਟੂਡੈਂਟਸ ਕਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ, ਉਹਦੇ ਵਿੱਚ ਉਹਨਾਂ ਨੂੰ ਕੁਝ ਸੋਨੇਟਸ ਨੇ ਸ਼ੇਕਸਪੀਅਰ ਦੀਆਂ ਜੋ ਜਸਟ ਲਾਈਕ 1855 65 ਸ਼ਾਇਦ 129 130 ਕੁਝ ਸੋਨੇਟ ਨੇ। ਹੁਣ ਅਸੀਂ ਉਹਨਾਂ ਸਾਰੀਆਂ ਦੇ ਬਿਹਾਫ 'ਤੇ ਇਹ ਦੇਖਾਂਗੇ ਕਿ ਸ਼ੇਕਸਪੀਅਰ ਨੇ ਜੋ ਸੋਨੇਟ ਲਿਖੀਆਂ ਨੇ ਅਤੇ ਜੋ ਟਰਡੀਸ਼ਨ ਮੀਨਸ ਸੋਨੇਟ ਦੀ ਸ਼ੁਰੂਆਤ ਕਿੱਥੋਂ ਹੋਈ, ਇਹ ਦੇਖਣ ਲਈ ਕਿ ਸੋਨੇਟ ਕਦੋਂ ਕਿੱਥੇ ਅਤੇ ਕਿਵੇਂ ਪੈਦਾ ਹੋਈ। ਅਸੀਂ ਆਲਰੇਡੀ ਸੋਨੇਟ ਟਰਮ ਦੇ ਉੱਪਰ ਇਸ ਚੈਨਲ ਉੱਪਰ ਵੀਡੀਓ ਸ਼ੇਅਰ ਕਰ ਚੁੱਕੇ ਹਾਂ। ਤੁਸੀਂ ਸੋਨੇਟ ਵਾਲੀ ਜੋ ਲਿਟਰੇਰੀ ਟਰਮ ਹੈ ਜੋ BA ਫਾਈਨਲ ਈਅਰ ਦੇ ਸਿਲੇਬਸ ਵਿੱਚ ਸੀ ਇਲੈਕਟਿਵ ਇੰਗਲਿਸ਼ ਦੇ ਵਿੱਚ, ਉਹ ਦੇਖ ਸਕਦੇ ਹੋ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਸ਼ੇਕਸਪੀਅਰ ਦੀ ਸੋਨੇਟ ਦੂਜੀ ਸੋਨੇਟਸ ਨਾਲੋਂ ਇਹਨੇ ਵੱਖਰਾ ਕੀ ਕੀਤਾ, ਇਸ ਕੁਐਸਚਨ ਇਹਦੇ ਉੱਪਰ ਇਹ ਬਣ ਸਕਦਾ। ਲਗਭਗ 3-4 ਕੁਐਸਚਨਸ ਬਣਦੇ ਨੇ ਸ਼ੇਕਸਪੀਅਰ ਦੇ ਰਾਈਟਿੰਗ ਵੇ ਦੇ ਉੱਪਰ। ਸ਼ੇਕਸਪੀਅਰ ਉੱਪਰ ਕੁਐਸਚਨ ਕਿੰਨੇ ਹੀ ਬਣ ਸਕਦੇ ਆ, ਇਹਦੇ ਉੱਪਰ ਕੋਈ ਰਾਏ ਨਹੀਂ ਹੈ। ਸ਼ੇਕਸਪੀਅਰ ਵਾਜ਼ ਅ ਪਲੇ ਰਾਈਟ, ਸ਼ੇਕਸਪੀਅਰ ਵਾਜ਼ ਅ ਪੋਇਟ, ਸ਼ੇਕਸਪੀਅਰ ਵਾਜ਼ ਅ ਪਲੈਨਰ ਆਫ ਫਿਊਚਰ। ਕਿ ਸ਼ੇਕਸਪੀਅਰ ਇੱਕ ਫਿਊਚਰ ਦਾ ਪਲੈਨਰ ਸੀ। ਉਹਨੇ ਉਸ ਟਾਈਮ 'ਤੇ ਵੇਖ ਲਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਪੈਸਾ ਇਨਵੈਸਟ ਕਰਨਾ ਹੈ, ਕਿ ਆਉਣ ਵਾਲਾ ਸਮਾਂ ਕਿਸ ਟਾਈਪ ਦੇ ਪਲੇ ਦਾ, ਕਿਸ ਟਾਈਪ ਦੇ ਡਰਾਮੇ ਦਾ। ਤਾਂ ਸ਼ੇਕਸਪੀਅਰ ਨੇ ਉਹ ਕੀਤਾ। ਅੱਜ ਸ਼ੇਕਸਪੀਅਰ ਦਾ ਲਿਟਰੇਚਰ ਦੇ ਵਿੱਚ ਇੱਕ ਨਾਮ ਹੈ, ਡਰਾਮੇ ਦੇ ਵਿੱਚ ਇੱਕ ਨਾਮ ਹੈ। ਤਾਂ ਅਸੀਂ ਬਾਕੀ ਕੁਐਸਚਨ ਦੇ ਸ਼ੇਕਸਪੀਅਰ ਦੇ ਉਹ ਕਦੇ ਫੇਰ ਦੇਖਾਂਗੇ। ਹੁਣ ਜੋ MA ਇੰਗਲਿਸ਼ ਦੇ ਸਟੂਡੈਂਟਸ ਲਈ ਮੋਸਟ ਨੀਡਫੁਲ ਵਰਕ ਹੈ ਕਿ ਉਹਦੀ ਇਸ ਸੋਨੇਟ ਦੇ ਉੱਪਰ ਕਿਹੜੇ ਕਿਹੜੇ ਕੁਐਸਚਨ ਬਣਦੇ ਆ, ਅਸੀਂ 1 ਬਾਏ 1 ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਲੈਟਸ ਸਟਾਰਟ। ਸ਼ੇਕਸਪੀਅਰਸ ਅਪਰੋਚ ਟੂ ਦਾ ਸੋਨੇਟ ਫॉर्म ਇਜ਼ ਡਿਸਟਿੰਕਟ ਫਰੋਮ ਟ੍ਰੈਡੀਸ਼ਨਲ ਐਲਿਜ਼ਾਬੈਥਨ ਕਨਵੈਨਸ਼ਨਸ। ਸ਼ੇਕਸਪੀਅਰ ਦੀ ਜਿਹੜੀ ਅਪਰੋਚ ਸੀ ਟੂ ਦਾ ਸੋਨੇਟ ਫॉर्म, ਜਿਹੜੀ ਸੋਨੇਟ ਫॉर्म ਦੇ ਲਈ ਉਹ ਜਿਹੜੀ ਟ੍ਰੈਡੀਸ਼ਨ ਮੀਨਸ ਰਵਾਇਤੀ ਐਲਿਜ਼ਾਬੈਥਨ ਕਨਵੈਨਸ਼ਨ ਸੀ, ਰਵਾਇਤ ਚੱਲ ਰਹੀ ਸੀ, ਉਹਦੇ ਨਾਲ ਕੁਝ ਵੱਖਰੀ ਸੀ, ਡਿਸਟਿੰਕਟ ਸੀ ਉਹਦੇ ਵਿੱਚ। ਬੋਥ ਇਨ ਸਟਰਕਚਰ ਸਿਸਟਮ ਦੇ ਵਿੱਚ ਵੀ ਐਂਡ ਥੀਮੈਟਿਕ ਕੰਟੈਂਟ, ਅਤੇ ਜੋ ਕੰਟੈਂਟ ਦਾ ਥੀਮ ਸੀ ਉਹਦੇ ਵਿੱਚ ਵੀ ਸ਼ੇਕਸਪੀਅਰ ਨੇ ਕੁਝ ਵੱਖਰਾ ਕੀਤਾ। ਇਹ ਸਾਨੂੰ ਪਤਾ ਹੀ ਹੈ ਕਿ ਸੋਨੇਟ ਸੀਗੀ ਜੋ ਪੈਟਰਾਰਕ ਨੇ ਸ਼ੁਰੂ ਕੀਤੀ ਸੀ, ਤਾਂ ਸ਼ੇਕਸਪੀਅਰ ਨੇ ਆਪਣੇ ਲੈਵਲ ਦਾ ਕੁਝ ਚੇਂਜਸ ਕੀਤੀਆਂ। ਵਾਈਲ ਹੀ ਰਿਟੇਨਡ ਦਾ ਸੋਨੇਟਸ ਬੇਸਿਕ ਫਰੇਮਵਰਕ, ਭਾਵੇਂ ਉਹਨੇ ਜਿਹੜਾ ਬੇਸਿਕ ਫਰੇਮਵਰਕ ਸੀ ਸੋਨੇਟ ਦਾ ਉਹਨੂੰ ਜਾਰੀ ਰੱਖਿਆ। ਹੀ ਇੰਟਰੋਡਿਊਸਡ ਸਿਗਨੀਫਿਕੈਂਟ ਡੈਵੀਏਸ਼ਨਸ ਦੈਟ ਮੇਕਸ ਹਿਜ਼ ਸੋਨੇਟਸ ਯੂਨੀਕ। ਪਰ ਉਹਨੇ ਫਿਰ ਵੀ ਕੁਝ ਵੱਖਰੇਵੇਂ, ਕੁਝ ਨਵੀਆਂ ਚੀਜ਼ਾਂ ਸੋਨੇਟ ਦੇ ਵਿੱਚ ਪੇਸ਼ ਕੀਤੀਆਂ ਜਿਹੜੀ ਕਿ ਉਹਦੀ ਸੋਨੇਟ ਨੂੰ ਟਰਡੀਸ਼ਨਲ ਜੋ ਰਵਾਇਤੀ ਸੋਨੇਟ ਹੈ ਉਹਦੇ ਨਾਲੋਂ ਵੱਖਰਾ ਕਰਦੀਆਂ ਨੇ। ਸਟਰਕਚਰਲੀ ਸ਼ੇਕਸਪੀਅਰ ਸੋਨੇਟ ਫॉर्म ਡਿਫਰਸ ਫਰੋਮ ਦਾ ਪੈਟਰਾਰਕਨ ਸੋਨੇਟ। ਸਟਰਕਚਰ ਦੇ ਪੱਖ ਤੋਂ ਸ਼ੇਕਸਪੀਅਰ ਦੀ ਜੋ ਸੋਨੇਟ ਸੀ, ਜੋ ਸੋਨੇਟ ਦਾ ਪਿਤਾਮਾ ਜਿਹਨੂੰ ਕਿਹਾ ਜਾਂਦਾ ਹੈ, ਇਟਾਲੀਅਨ ਪੋਇਟਸ ਪੈਟਰਾਰਕ, ਉਹਦੇ ਨਾਲੋਂ ਵੱਖਰੀ ਹੈ। ਸਟਰਕਚਰਲੀ ਸ਼ੇਕਸਪੀਅਰ ਸੋਨੇਟ ਫॉर्म ਡਿਫਰਸ ਫਰੋਮ ਦਾ ਪੈਟਰਾਰਕਨ ਸੋਨੇਟ ਵਿਚ ਵਾਜ਼ ਪੋਪੂਲਰ ਇਨ ਐਲਿਜ਼ਾਬੈਥਨ ਇੰਗਲੈਂਡ, ਜਿਹੜੀ ਕਿ ਐਲਿਜ਼ਾਬੈਥਨ ਪੀਰੀਅਡ ਦੇ ਇੰਗਲੈਂਡ ਦੇ ਵਿੱਚ ਕਾਫੀ ਪੋਪੂਲਰ ਸੀ, ਉਹਦੇ ਨਾਲ ਇਹਦੀ ਵੱਖਰੀ ਹੈ ਸ਼ੇਕਸਪੀਅਰ ਦੀ। ਦਾ ਟ੍ਰੈਡੀਸ਼ਨਲ ਪੈਟਰਾਰਕਨ ਸੋਨੇਟ ਹੈਜ਼ ਐਨ ਔਕਟੇਵ 8 ਲਾਈਨਸ ਮੀਨਜ਼ ਸੋਨੇਟ ਨੂੰ 14 ਲਾਈਨਾਂ ਦੀ ਇੱਕ ਪੋਇਮ ਹੈ, ਜੋ ਅਸੀਂ ਟਰਮ ਦੇ ਵਿੱਚ ਤੁਸੀਂ ਬਰੀਫਲੀ ਕਰ ਸਕੋਗੇ। 8 ਲਾਈਨਾਂ ਦੀ ਇੱਕ ਪੋਇਮ ਹੈ, 14 ਲਾਈਨਾਂ ਦੀ, ਜਿਹਦੇ ਵਿੱਚ 8 ਲਾਈਨਾਂ ਦਾ ਇੱਕ ਪਾਰਟ ਹੈ, 6 ਲਾਈਨਾਂ ਦਾ ਉਹਦੇ ਵਿੱਚ ਸੈਸਟਟ ਹੈ। ਕਿ 8 ਲਾਈਨਾਂ ਦੇ ਵਿੱਚ ਇੱਕ ਕੁਐਸਚਨ ਹੈ, 6 ਲਾਈਨਾਂ ਵਿੱਚ ਉਹਦਾ ਰਿਪਲਾਈ ਹੈ। ਕੁਛ ਇੱਦਾਂ ਦਾ ਇਹਦਾ ਪੈਟਰਨ ਹੈ, ਤੁਸੀਂ ਉੱਥੋਂ ਬਰੀਫਲੀ ਕਰ ਸਕੋਗੇ। ਜੋ ਪੈਟਰਾਰਕਨ ਟ੍ਰੈਡੀਸ਼ਨਲ ਪੋਇਮ ਸੀ ਸੋਨੇਟ, ਦਾ ਟ੍ਰੈਡੀਸ਼ਨਲ ਪੈਟਰਾਰਕਨ ਸੋਨੇਟ ਹੈਜ਼ ਐਨ ਔਕਟੇਵ ਵਿਦ ABB AA BB AA ਰਾਈਮ ਸਕੀਮ, ਕਿ ਇਹਦੇ ਵਿੱਚ ਜੋ ਰਾਈਮ ਸਕੀਮ ਹੈ ਉਹ ਇਸ ਟਾਈਪ ਦੀ ਹੈ ਪੈਟਰਾਰਕਨ ਸੋਨੇਟ ਦੇ ਵਿੱਚ। ਫੋਲੋਡ ਬਾਈ ਅ ਸੈਸਟਟ, ਜਿਹਦੇ ਵਿੱਚ ਇੱਕ ਸੈਸਟਟ ਹੈ ਔਕਟੇਵ ਤੋਂ ਬਾਅਦ 6 ਲਾਈਨ ਦਾ। ਵਿਦ ਵੈਰਿੰਗ ਰਾਈਮ ਸਕੀਮ, ਜਿਹਦੇ ਵਿੱਚ ਜੋ ਰਾਈਮ ਸਕੀਮ ਹੈ ਸੈਸਟਟ ਦੇ ਵਿੱਚ ਉਹ ਕਾਫੀ ਜ਼ਿਆਦਾ ਹੈ, ਵੈਰਿੰਗ ਹੈ। ਆਫਨ ਰਿਜ਼ੋਲਵਿੰਗ ਅ ਥੀਮ ਔਰ ਕੁਐਸਚਨ ਇੰਟਰੋਡਿਊਸਡ ਇਨ ਦਾ ਔਕਟੇਵ, ਜਿਹਦੇ ਵਿੱਚ ਇੱਕ ਕੁਐਸਚਨ ਅਤੇ ਇੱਕ ਥੀਮ ਇੱਦਾਂ ਚੱਲ ਰਿਹਾ ਹੈ, ਕੁਐਸਚਨ ਆਨਸਰ ਦੇ ਟੈਕਨੀਕ ਦੇ ਵਿੱਚ ਲਿਖੀ ਹੋਈ ਹੈ। ਇਨ ਕੰਟਰਾਸਟ, ਪਰ ਦੂਜੇ ਪਾਸੇ ਜਦੋਂ ਅਸੀਂ ਗੱਲ ਸ਼ੇਕਸਪੀਅਰ ਵਾਲੀ ਸੋਨੇਟ ਦੀ ਕਰਦੇ ਹਾਂ, ਸ਼ੇਕਸਪੀਅਰ ਸੋਨੇਟਸ use but we now call the Shakespearean or English sonnet form। ਪਰ ਜੋ ਸ਼ੇਕਸਪੀਅਰ ਨੇ ਡਿਵੈਲਪ ਕੀਤੀ ਉਹਨੂੰ ਅਸੀਂ ਅੱਜ ਸ਼ੇਕਸਪੀਅਰਨ ਸੋਨੇਟ ਜਾਂ ਇੰਗਲਿਸ਼ ਸੋਨੇਟ ਕਹਿੰਦੇ ਹਾਂ, ਕਿਉਂਕਿ ਜੋ ਪੈਟਰਾਰਕ ਸੀ ਉਹ ਇਟਲੀ ਦਾ ਸੀ, ਜੋ ਪੋਇਟ ਸੀ ਇਹ,
ਸ਼ੇਕਸਪੀਅਰ ਇੰਗਲੈਂਡ ਦਾ ਰਾਈਟਰ ਹੈ, ਤਾਂ ਕਰਕੇ ਇਹਨੂੰ ਅਸੀਂ ਇੰਗਲਿਸ਼ ਰਾਈਟਰ ਜਾਂ ਸ਼ੇਕਸਪੀਰੀਅਨ ਸੋਨਟ ਕਹਿ ਸਕਦੇ ਹਾਂ ਜਾਂ ਇੰਗਲਿਸ਼ ਸੋਨਟ ਕਹਿ ਸਕਦੇ ਹਾਂ। 3 ਕੁਆਟਰੀਅਨਸ, ਇਹਦੇ ਵਿੱਚ ਇਹਨੇ 3 ਕੁਆਟਰੀਅਨਸ ਪੈਦਾ ਕੀਤੇ ਨੇ, ਜਿਵੇਂ ਏ ਬੀ ਸੀ ਡੀ ਈ ਐਫ ਰਾਈਮ ਸਕੀਮ ਸ਼ੇਕਸਪੀਅਰ ਦੀ ਹੈ। ਫੋਲੋਡ ਬਾਈ ਅ ਰਾਈਮਿੰਗ ਕਪਲਟ, ਜਿਹਦੇ ਵਿੱਚ ਇੱਕ ਰਾਈਮਿੰਗ ਕਪਲਟ ਵੀ ਹੈ, ਜੀ ਮੀਨ ਜੇ ਦੋ ਲਾਈਨਾਂ ਹੁਣ ਆਪਸ ਵਿੱਚ ਰਾਈਮ ਕਰ ਰਹੀਆਂ ਨੇ। ਦਿਸ ਸਟਰਕਚਰ ਅਲਾਉਜ਼ ਫॉर ਅ ਮੋਰ ਫਲੈਕਸੀਬਲ ਡਿਵੈਲਪਮੈਂਟ ਆਫ ਥੀਮਸ। ਤਾਂ ਹੁਣ ਜਦੋਂ ਸ਼ੇਕਸਪੀਅਰ ਨੇ ਥੋੜੀ ਜਿਹੀ ਫਲੈਕਸੀਬਿਲਿਟੀ ਲੈ ਕੇ ਆਇਆ, ਹੁਣ ਅਸੀਂ ਇੱਕ ਵਾਰੀ ਫੇਰ ਰਿਪੀਟ ਕਰਦੇ ਹਾਂ, ਜੋ ਪੈਟਰਾਰਕਨ ਸੋਨਟ ਸੀ ਉਹਦੇ ਵਿੱਚ ਕੀ ਸੀ, ਏ ਬੀ ਏ। ਇਹਦਾ ਮੀਨਸ ਇਹ ਹੈ ਕਿ ਜੋ ਏ ਫਸਟ ਲਾਈਨ ਹੈ ਉਹ ਵੱਖਰੀ ਹੈ, ਫਿਰ ਦੋ ਲਾਈਨਾਂ ਨੇ ਬੀ ਤੇ ਬੀ ਮੀਨਸ ਆਪਸ ਵਿੱਚ ਰਾਈਮ ਕਰਦੀਆਂ ਨੇ, ਫਿਰ ਏ ਆਪਸ ਵਿੱਚ ਰਾਈਮ ਕਰਦੀਆਂ ਨੇ ਏ ਨਾਲ ਇਹਨਾਂ ਦੀ, ਫਿਰ ਇਹ ਵਾਲੀ ਰਾਈਮਿੰਗ ਫਿਰ ਇੱਥੇ ਹੈ ਦੁਬਾਰਾ, ਫਿਰ ਰਾਈਮ ਇਹਨਾਂ ਦੀ ਹੁੰਦੀ ਹੈ। ਰਾਈਮ ਮੀਨਸ ਜੋ ਲਾਸਟ ਵਾਲੇ ਵਰਡ ਦੀ ਆਪਸ ਵਿੱਚ ਸਿਮਿਲੈਰਿਟੀ ਹੁੰਦੀ ਹੈ। ਪਰ ਜੋ ਸ਼ੇਕਸਪੀਅਰ ਨੇ ਪੈਦਾ ਕੀਤੀ ਉਹ ਏ ਬੀ ਸੀ ਡੀ ਈ ਐਫ ਉਹਨੇ ਕੁਝ ਵੱਖਰਾ ਕਰਤਾ, ਥੋੜੀ ਜਿਹੀ ਫਲੈਕਸੀਬਲ ਬਣਾਤੀ ਸਟਰਕਚਰ ਨੂੰ। ਦਿਸ ਸਟਰਕਚਰ ਅਲਾਉਜ਼ ਅ ਮੋਰ ਫਲੈਕਸੀਬਲ ਡਿਵੈਲਪਮੈਂਟ ਆਫ ਥੀਮਸ। ਹੁਣ ਇਹਦੇ ਵਿੱਚ ਨਵੇਂ ਥੀਮਸ ਉਹਨੇ ਐਡ ਕਰਤੇ, ਵਿਦ ਈਚ ਕੁਆਸਟਰੀਅਨ ਇੰਟਰੋਡਿਊਸਿੰਗ ਅ ਨਿਊ ਆਈਡੀਆ, ਕਿ ਹਰ ਇੱਕ ਕੁਆਟਰ ਦੇ ਵਿੱਚ ਪੋਇਮ ਦੇ ਹਰ ਇੱਕ ਕੁਆਟਰ ਦੇ ਵਿੱਚ ਉਹਨੇ ਇੱਕ ਨਵਾਂ ਆਈਡੀਆ ਦਿੱਤਾ, ਔਰ ਪਰਸਪੈਕਟਿਵ ਐਂਡ ਦਾ ਕਪਲਟ ਡਿਲੀਵਰਿੰਗ ਅ ਪਾਵਰਫੁਲ ਆਫਨ ਸਰਪ੍ਰਾਈਜ਼ਿੰਗ ਕਨਕਲੂਜਨ, ਕਿ ਜੋ ਹਰ ਇੱਕ ਪੈਰਾ ਹੈ, ਹਰ ਇੱਕ ਆਈਡੀਆ ਹੈ ਉਹਦੇ ਵਿੱਚ ਇੱਕ ਨਵਾਂ ਹੈ, ਹਰ ਇੱਕ ਪਰਸਪੈਕਟਿਵ ਸ਼ੇਕਸਪੀਅਰ ਨੇ ਕਪਲਟ ਦੇ ਵਿੱਚ ਇੱਕ ਨਵਾਂ ਦਿੱਤਾ। ਤਾਂ ਕਰਕੇ ਜੋ ਪੋਇਮ ਦਾ ਜੋ ਐਂਡ ਹੋ ਰਿਹਾ ਇੱਕ ਪਾਵਰਫੁਲ ਐਂਡ ਹੋ ਰਿਹਾ, ਆਫਨ ਸਰਪ੍ਰਾਈਜ਼ਿੰਗ ਕਨਕਲੂਜਨ ਹੈ, ਕਿ ਪੋਇਮ ਜਦੋਂ ਕਨਕਲੂਡ ਹੁੰਦੀ ਹੈ, ਪੂਰੀ ਸੋਨਟ ਜਦੋਂ ਕਨਕਲੂਡ ਹੁੰਦੀ ਹੈ ਤਾਂ ਸਾਰਿਆਂ ਨੂੰ ਕਾਫੀ ਸਰਪ੍ਰਾਈਜ਼ਿੰਗ ਲੱਗਦੀ ਹੈ। ਥੀਮੈਟਿਕਲੀ ਸ਼ੇਕਸਪੀਅਰ ਆਲਸੋ ਡਿਪਾਰਟਸ ਫਰੋਮ ਐਲਿਜ਼ਾਬੈਥਨ ਕਨਵੈਨਸ਼ਨਸ। ਥੀਮ ਦੇ ਪਰਪਸ ਤੋਂ ਵੀ ਸ਼ੇਕਸਪੀਅਰ ਜੋ ਐਲਿਜ਼ਾਬੈਥ ਰਾਈਟਰ ਸੀਗੇ ਉਹਨਾਂ ਦੀ ਰਵਾਇਤ ਤੋਂ ਵੱਖਰਾ ਹੈ। ਟ੍ਰੈਡੀਸ਼ਨਲ ਸੋਨੇਟਸ ਆਫਨ ਆਈਡੀਅਲਾਈਜ਼ਡ ਲਵ ਐਂਡ ਬਿਊਟੀ, ਜਿਹੜੇ ਪੈਟਰਾਰਕ ਨੇ ਵੀ ਜੋ ਪੋਇਮ ਸ਼ੁਰੂ ਕੀਤੀ ਸੀ ਸੋਨੇਟ ਲਿਖਣੀ ਉਹ ਲਵ ਪੋਇਮ ਸੀ। ਜੋ ਟ੍ਰੈਡੀਸ਼ਨਲ ਸੋਨੇਟ ਸੀ ਉਹ ਲਵ ਪੋਇਮ ਸੀਗੀਆਂ ਜਾਂ ਬਿਊਟੀ ਉੱਪਰ ਸੀ। ਫੋਲੋਇੰਗ ਪੈਟਰਾਰਕਨ ਥੀਮਸ ਆਫ ਕੋਰਟਲੀ ਲਵ ਇਨ ਵਿਚ ਦ ਸਪੀਕਰ ਆਈਡੋਲਾਈਜ਼ਸ ਅ ਡਿਸਟੈਂਟ ਪਰਫੈਕਟ ਬਿਲਵਡ, ਕਿ ਜੋ ਪੈਟਰਾਰਕ ਨੇ ਥੀਮ ਚੂਜ਼ ਕੀਤੇ ਸੀ ਕੋਰਟਲੀ ਲਵ, ਉਹਦੇ ਵਿੱਚ ਉਹਨੇ ਆਪਣਾ ਲਵ ਪੇਸ਼ ਕੀਤਾ ਸੀ। ਪਿਚ ਦਾ ਸਪੀਕਰ ਆਈਡੋਲਾਈਜ਼ਸ ਔਰ ਡਿਸਟੈਂਟ, ਜਿੱਥੋਂ ਇੱਕ ਡਿਸਟੈਂਟ ਤੋਂ ਸਪੀਕਰ ਇੱਕ ਆਪਣਾ ਲਵ ਆ ਜੋ ਉਹਨੂੰ ਆਈਡੋਲਾਈਜ਼ ਕਰ ਰਿਹਾ ਆਪਣੀ ਪਰਫੈਕਟ ਬਿਲਵਡ ਲਈ। ਸ਼ੇਕਸਪੀਅਰ ਸੋਨਟ ਹਾਊਐਵਰ ਪ੍ਰੈਜ਼ੈਂਟ ਅ ਮੋਰ ਰੀਅਲਿਸਟਿਕ ਐਂਡ ਸਮਟਾਈਮਸ ਈਵਨ ਸਿਨਿਕਲ ਵਿਊ ਆਫ ਲਵ। ਤਾਂ ਸ਼ੇਕਸਪੀਅਰ ਨੇ ਆਈਡੀਅਲ ਵੇ ਪੇਸ਼ ਕਰਨ ਦੀ ਥਾਂ 'ਤੇ ਜੋ ਲਵ ਦਾ ਵਿਊ ਪੇਸ਼ ਕੀਤਾ, ਥੋੜ੍ਹਾ ਜਿਹਾ ਸਿਨਿਕਲ ਰੀਅਲਿਸਟਿਕ ਥੀਮ ਪੇਸ਼ ਕੀਤਾ ਲਵ ਦਾ, ਬਿਊਟੀ ਦਾ ਐਂਡ ਹਿਊਮਨ ਨੇਚਰ, ਤੇ ਹਿਊਮਨ ਨੇਚਰ ਕਿੱਦਾਂ ਦਾ। ਫੋਰ ਇੰਸਟੈਂਸ ਵਾਈਲ ਹੀ ਡਜ਼ ਸੈਲੀਬ੍ਰੇਟ ਬਿਊਟੀ, ਜਦੋਂ ਸ਼ੇਕਸਪੀਅਰ ਬਿਊਟੀ ਨੂੰ ਸੈਲੀਬ੍ਰੇਟ ਕਰਦਾ, ਹੀ ਆਲਸੋ ਅਕਨੋਲਜਸ ਇਟਸ impermanence, he also acknowledges its impermanence as in sonnet 18, ਜਿਵੇਂ ਸ਼ੇਕਸਪੀਅਰ 18 ਸੋਨਟ ਵਿੱਚ ਕਹਿ ਰਿਹਾ ਹੈ, ਬਟ the eternal summer shall not fade, ਕਿ ਜੋ 18 ਸੋਨਟ ਹੈ ਉਹਦੇ ਵਿੱਚ ਉਹਨੇ ਸਮਰ ਦੀ ਗੱਲ ਕੀਤੀ ਹੈ, ਕਿ ਸ਼ੇਕਸਪੀਅਰ ਨੇ ਆਪਣੀ ਬਿਲਵਡ ਨੂੰ ਇੱਕ ਸਮਰ ਦੇ ਨਾਲ ਕੰਪੇਅਰ ਕੀਤਾ ਹੈ, ਕਿ ਸੋਨਟ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਵੇਂ ਸਮਰ ਦਾ ਪੀਰੀਅਡ ਤਾਂ ਇੱਕ ਟਾਈਮ ਬਾਅਦ, ਕਿਉਂਕਿ ਰੁੱਤ ਲੰਘ ਜਾਣੀ ਹੈ, ਫੇਡ ਹੋ ਜਾਣਾ ਹੈ, ਪਰ ਜੋ ਤੇਰੀ ਇੰਟਰਨਲ ਸਨਸ਼ਾਈਨ ਹੈ ਜਾਂ ਤੇਰੀ ਇੰਟਰਨਲ ਬਿਊਟੀ ਹੈ ਉਹ ਕਦੇ ਫੇਡ ਨਹੀਂ ਹੋਏਗੀ। ਬਟ ਦੀ ਇੰਟਰਨਲ ਸਮਰ ਸ਼ੈਲ ਨਾਟ ਫੇਡ, ਕਿ ਜੋ ਸ਼ੇਕਸਪੀਅਰ ਨੇ ਲਵ ਦੀ ਐਕਨੋਲਜਮੈਂਟ ਦਿੱਤੀ ਹੈ ਕਿ ਜੋ ਲਵ ਹੈ ਕਦੇ ਮਰਦਾ ਨਹੀਂ ਹੁੰਦਾ। ਹੁਣ ਆਪਣੀ ਬਿਲਵਡ ਦੇ ਵਿੱਚ ਲੌਂਗ ਲਾਸਟਿੰਗ ਲਵ ਦਿਖ ਰਿਹਾ ਹੈ। Additionally, instead of focusing exclusively on a single muse or idealized beloved, ਜੋ additionally ਵੱਖਰੇ ਤੌਰ 'ਤੇ ਕਿਸੇ ਐਕਸਕਲੂਸਿਵਲੀ ਸਿੰਗਲ ਮਿਊਜ਼ ਔਰ ਆਈਡੀਅਲਾਈਜ਼ਡ ਬਿਲਵਡ ਮੀਨ, ਜੇ ਇੱਦਾਂ ਨਹੀਂ ਗਾ ਕਿਸੇ ਆਪਣੀ ਹੀ ਬਿਲਵਡ ਨੂੰ ਉੱਤੇ ਉੱਪਰ ਕਮੈਂਟ ਕਰ ਰਿਹਾ, ਜਿਵੇਂ ਪੈਟਰਾਰਕ ਨੇ ਕੀਤਾ ਆਪਣੀ ਬਿਲਵਡ ਲਈ ਜਸਟ, ਜਾਂ ਜਿਵੇਂ ਡਨ ਕਰ ਰਿਹਾ ਆਪਣੀ ਬਿਲਵਡ ਲਈ, ਕਿਸੇ ਇੱਕ ਬਿਲਵਡ ਲਈ ਹੀ ਲਿਖ ਰਿਹਾ। ਤਾਂ ਸ਼ੇਕਸਪੀਅਰ ਇੱਕ ਜਸਟ ਬਿਲਵਡ ਲਈ ਨਹੀਂ ਲਿਖ ਰਿਹਾ, ਸ਼ੇਕਸਪੀਅਰ ਇੱਕ ਲਵ ਲਈ ਪੋਇਮ ਲਿਖ ਰਿਹਾ। Additionally, instead of focusing exclusively on a single muse or idealized beloved, Shakespeare addresses multiple figures. ਤਾਂ ਸ਼ੇਕਸਪੀਅਰ ਹੁਣ ਇੱਥੇ ਮਲਟੀਪਲ ਫਿਗਰ ਦੇ ਉੱਪਰ ਕਮੈਂਟ ਕਰ ਰਿਹਾ, ਨਾ ਕਿ ਕਿਸੇ ਇੱਕ ਪਰਸਨ ਦੇ ਉੱਪਰ। ਦ ਫੇਅਰ ਯੂਥ, ਦ ਡਾਰਕ ਲੇਡੀ ਐਂਡ ਦ ਰਾਈਵਲ ਪੋਇਟ, ਐਕਸਪਲੋਰਿੰਗ ਕੰਪਲੈਕਸ
ਰਿਲੇਸ਼ਨਸ਼ਿਪਸ ਐਂਡ ਇਮੋਸ਼ਨਸ। ਹੁਣ ਇੱਥੇ ਸ਼ੇਕਸਪੀਅਰ ਕੰਪਲੈਕਸ ਲੈ ਕੇ ਆਇਆ ਰਿਲੇਸ਼ਨਸ਼ਿਪਸ ਦੇ ਲਈ, ਇਮੋਸ਼ਨਸ ਲਈ, ਇਨਕਲੂਡਿੰਗ ਜੈਲਸੀ, ਅਤੇ ਨਾਲ ਉਹਨਾਂ ਨੇ ਜੈਲਸੀ ਵੀ ਪੇਸ਼ ਕੀਤੀ ਆਪਣੀ ਕਿਸੇ ਨਾ ਕਿਸੇ ਸੋਨਟ ਦੇ ਵਿੱਚ। ਇਨਫਾਈਡਲਿਟੀ ਐਂਡ ਮੋਰ ਐਂਬੀਗੁਇਟੀ, ਕਿ ਕਿਤੇ ਨਾ ਕਿਤੇ ਉਹਨੂੰ ਰਹੱਸ ਵੀ ਫੀਲ ਹੋਇਆ, ਇਨਫਿਡਲਿਟੀ ਫੀਲ ਹੋਈ ਹੈ, ਕਿਤੇ ਕਿਤੇ ਜੈਲਸੀ ਫੀਲ ਹੋਈ ਹੈ ਕਿ ਰਿਲੇਸ਼ਨਸ਼ਿਪ ਦੇ ਵਿੱਚ ਇਹ ਕੁਛ ਹੈ ਕਿ ਜੋ ਹਿਊਮਨ ਰਿਲੇਸ਼ਨ ਦੇ ਕੰਪਲੈਕਸਿਟੀ ਹੈ ਰਿਲੇਸ਼ਨਸ਼ਿਪ ਦੇ ਵਿੱਚ, ਇਮੋਸ਼ਨਸ ਨੇ, ਜੋ ਕੁਝ ਵੀ ਸ਼ੇਕਸਪੀਅਰ ਨੂੰ ਫੀਲ ਹੋਇਆ ਉਹਨੇ ਸਾਰਾ ਕੁਝ ਦਾ ਇਕੱਠਾ ਇੱਕ ਮਿਕਸ ਅਪ ਆਪਣੀ ਪੋਇਮ ਦੇ ਵਿੱਚ ਦਿੱਤਾ, ਅਲੱਗ-ਅਲੱਗ ਸੋਨਟ ਦੇ ਵਿੱਚ ਪੇਸ਼ ਕੀਤਾ ਕਿ ਸਾਰੀਆਂ ਸੋਨਟ ਇੱਕ ਹੀ ਥੀਮ ਦੇ ਉੱਪਰ ਨਹੀਂ ਲਿਖੀਆਂ। ਸ਼ੇਕਸਪੀਅਰ ਫਰਦਰ ਡੈਵੀਏਟਸ ਇਨ ਹਿਜ਼ ਪੋਰਟਰੇਅਲ ਆਫ ਦਾ ਬਿਲਵਡ ਫਿਗਰਸ। ਹੁਣ ਆਪਣੇ ਬਿਲਵਡ ਫਿਗਰਸ ਦੇ ਪ੍ਰਤੀ ਵੀ ਸ਼ੇਕਸਪੀਅਰ ਬਾਕੀ ਰਾਈਟਰਸ ਨਾਲੋਂ ਵੱਖਰਾ ਹੈ। ਦ ਡਾਰਕ ਲੇਡੀ ਸੋਨਟ 127-154 portray a woman who defies the conventional standards of beauty with dark features and morally ambiguous traits। ਸ਼ੇਕਸਪੀਅਰ ਨੇ ਹੁਣ ਜੋ ਆਪਣੀ ਸੋਨਟ ਦੇ ਵਿੱਚ ਡਾਰਕ ਲੇਡੀ ਦਾ ਕਨਸੈਪਟ ਪੇਸ਼ ਕੀਤਾ ਜਾਂ ਇੱਕ ਥੀਮ ਪੇਸ਼ ਕੀਤਾ, ਪੋਰਟਰੇ ਆਫ ਵੀਮੈਨ, ਕਿਹੜੀ ਇੱਕ ਔਰਤ ਦਾ ਜੋ ਪਿਕਚਰ ਪੇਸ਼ ਕਰ ਰਿਹਾ, ਪੋਰਟਰੇ ਕਰ ਰਿਹਾ, ਹੂ ਡਿਫਾਈਜ਼ ਦਾ ਕਨਵੈਨਸ਼ਨ, ਜਿਹੜੀ ਜੋ ਕਨਵੈਨਸ਼ਨਲ ਸਟੈਂਡਰਡਸ ਨੇ ਉਹਨਾਂ ਤੋਂ ਵੱਖਰੀ ਹੈ, ਆਫ ਬਿਊਟੀ ਜਾਂ ਡਾਰਕ ਫੀਚਰਸ ਨੇ, ਆਫ ਮੋਰਲੀ ਐਂਬੀਗੂਅਸ ਟ੍ਰੇਟਸ, ਜਿਹੜੇ ਨੈਤਿਕ ਤੌਰ 'ਤੇ ਕੁਝ ਵੱਖਰੇਵੇਂ ਨੇ, ਉਹ ਵੀ ਸ਼ੇਕਸਪੀਅਰ ਨੇ ਡਿਸਕਸ ਕੀਤੇ ਹੈ। ਅ ਸਟਾਰਕ ਕੰਟਰਾਸਟ ਆਫ ਦਾ ਫੇਅਰ ਚਾਸਟ ਆਈਡੀਅਲ ਟਿਪੀਕਲ ਆਫ ਪੈਟਰਾਰਕਨ ਮਿਊਜ਼ਿਸ, ਕਿ ਪੈਟਰਾਰਕ ਦੇ ਜੋ ਕੰਟਰਾਸਟ ਸੀ, ਫੇਅਰ ਜਾਂ ਚੈਸਟ ਆਈਡੀਅਲ ਵੇ ਸੀ ਇੱਕ ਕਿਸੇ ਇੱਕ ਮਿਊਜ਼ਿਸ ਲਈ, ਕਿਸੇ ਇੱਕ ਲਈ ਪੋਇਮ ਲਿਖਣ ਦਾ, ਸ਼ੇਕਸਪੀਅਰ ਨੇ ਉੱਦਾਂ ਨਹੀਂ ਕੀਤਾ। ਸ਼ੇਕਸਪੀਅਰ ਦੀ ਪੋਇਟਰੀ ਪੈਟਰਾਰਕਨ ਪੋਇਟਰੀ ਨਾਲੋਂ ਵੱਖਰੀ ਹੈ। ਤਾਂ ਹੁਣ ਤੱਕ ਅਸੀਂ ਜਿੰਨਾ ਕੁ ਡਿਸਕਸ ਕੀਤਾ ਕਿ ਜੋ ਟਰਡੀਸ਼ਨਲ ਪੋਇਟ ਸੀਗੇ ਲਾਈਕ ਪੈਟਰਾਰਕ ਕਿਸੇ ਇੱਕ ਟੌਪਿਕ 'ਤੇ ਲਿਖਦੇ ਸੀ, ਕਿਸੇ ਇੱਕ ਆਪਣੀ ਬਿਲਵਡ ਲਈ ਲਿਖਦੇ ਸੀ। ਸ਼ੇਕਸਪੀਅਰ ਨੇ ਲਵ ਲਈ ਲਿਖਿਆ ਹੈ, ਅਤੇ ਨਾਲ ਨਾਲ ਲਵ ਦੇ ਵਿੱਚ ਜਿਹੜੀਆਂ ਹੋਰ ਹਿਊਮਨ ਨੇਚਰ ਦੇ ਵਿੱਚ ਚੀਜ਼ਾਂ ਨੇ, ਜੈਲਸੀ ਹੈ, ਇਮੋਸ਼ਨ ਹੈ, ਜਾਂ ਕੁਛ ਵੀ ਹੈ, ਕੰਪਲੈਕਸਿਟੀਜ਼ ਇਨ ਰਿਲੇਸ਼ਨਸ਼ਿਪ ਦੇ ਵਿੱਚ ਨਾਲ ਨਾਲ ਉਹ ਵੀ ਪੇਸ਼ ਕੀਤੀਆਂ ਨੇ। ਦਿਸ ਡਿਪਾਰਚਰ ਫਰੋਮ ਆਈਡੀਅਲਾਈਜੇਸ਼ਨ ਸੁਜੈਸਟਸ ਅ ਮੋਰ ਮੈਚਿਓਰ ਨਾਊਂਸਡ ਅੰਡਰਸਟੈਂਡਿੰਗ ਆਫ ਲਵ। ਤਾਂ ਸ਼ੇਕਸਪੀਅਰ ਦੀ ਜਿਹੜੀ ਇਹ ਕੁਆਲਿਟੀ ਹੈ, ਇਹ ਸੁਜੈਸਟ ਕਰਦੀ ਹੈ ਕਿ ਉਹਦੇ ਵਿੱਚ ਥੋੜ੍ਹੀ ਜਿਹੀ ਪੈਟਰਾਰਕ ਨਾਲੋਂ ਥੋੜ੍ਹੀ ਜਿਹੀ ਔਰ ਜ਼ਿਆਦਾ ਮੈਚੋਰਿਟੀ ਸੀ, ਕਿ ਪਿਆਰ ਨੂੰ ਕਿੱਦਾਂ ਸਮਝਣਾ, ਥੋੜ੍ਹਾ ਜਿਹਾ ਹੋਰ ਅੰਡਰਸਟੈਂਡਿੰਗ ਹੈ ਜਿਹੜੀ ਮੈਚੋਰਿਟੀ ਦਿਖਾਉਂਦੀ ਹੈ। In essence, Shakespeare transformed the sonnet into a more flexible and psychologically complex form। ਸ਼ੇਕਸਪੀਅਰ ਨੇ ਪੋਇਮ ਲਿਖਣ ਦੀ ਜੋ ਵੇ ਸੀ ਉਹਨੂੰ ਥੋੜ੍ਹਾ ਫਲੈਕਸੀਬਲ ਕਰ ਦਿੱਤਾ ਹੈ, ਪਰ ਜੋ ਸਾਈਕੋਲੋਜੀਕਲੀ ਜੋ ਪੋਇਮ ਦਾ ਵੇ ਸੀ ਉਹਨੂੰ ਥੋੜ੍ਹਾ ਜਿਹਾ ਸਾਈਕੋਲੋਜੀਕਲੀ ਕੰਪਲੈਕਸ ਕਰ ਦਿੱਤਾ ਹੈ, ਮੇਕਿੰਗ ਇਟ ਅ ਵਹੀਕਲ ਫॉर ਐਕਸਪਲੋਰਿੰਗ ਹਿਊਮਨ ਰਿਲੇਸ਼ਨਸ਼ਿਪਸ ਐਂਡ ਇਮੋਸ਼ਨਸ ਇਨ ਆਲ ਦੇਅਰ ਇੰਪਰਫੈਕਸ਼ਨਸ, ਕਿ ਹਰ ਇੱਕ ਜੋ ਕੋਈ ਵੀ ਰਿਲੇਸ਼ਨ ਹੈ ਪਰਫੈਕਟ ਨਹੀਂ ਹੁੰਦਾ, ਉਹਦੇ ਵਿੱਚ ਇੰਪਰਫੈਕਸ਼ਨਸ ਨੇ, ਜਾਂ ਉਹਦੇ ਵਿੱਚ ਕੋਈ ਕਮੀਆਂ ਨੇ, ਜਾਂ ਕੁਝ ਅੱਛਾਈਆਂ ਨੇ, ਬੁਰਾਈਆਂ ਨੇ। ਸ਼ੇਕਸਪੀਅਰ ਨੇ ਸਾਰਾ ਕੁਝ ਨੂੰ ਨਾਲ ਲੈ ਕੇ ਆਪਣੀ ਪੋਇਟਰੀ, ਆਪਣੀਆਂ ਸੋਨਟਸ ਲਿਖੀਆਂ ਨੇ, ਨਾ ਕਿ ਇੱਕ ਪੱਖ ਨਹੀਂ ਇਕੱਲਾ ਸੋਨਟ ਦੇ ਵਿੱਚ ਪੇਸ਼ ਕੀਤਾ। ਹਿਊਮਨ ਰਿਲੇਸ਼ਨ ਦੇ, ਹਿਊਮਨ ਲਵ ਦੇ ਸਾਰੇ ਪੱਖਾਂ ਨੂੰ ਆਪਣੀ ਪੋਇਟਰੀ ਵਿੱਚ ਪੇਸ਼ ਕੀਤਾ, ਰੈਦਰ ਦੈਨ ਮੇਅਰਲੀ ਆਈਡੀਅਲਾਈਜ਼ਿੰਗ ਲਵ ਔਰ ਬਿਊਟੀ। ਉਹਨੇ ਇਕੱਲਾ ਲਵ ਜਾਂ ਬਿਊਟੀ ਨੂੰ ਆਪਣੀ ਪੋਇਟਰੀ ਵਿੱਚ ਪੇਸ਼ ਨਹੀਂ ਕੀਤਾ, ਉਹਨੇ ਲਵ ਦੇ ਵਿੱਚ ਕੀ ਹੋਰ ਨਾਲ ਚੀਜ਼ਾਂ ਚੱਲਦੀਆਂ ਨੇ, ਇੱਕ ਰਿਲੇਸ਼ਨਸ਼ਿਪ ਦੇ ਵਿੱਚ ਕੀ ਚੀਜ਼ਾਂ ਚੱਲਦੀਆਂ ਨੇ, ਇਕੱਲਾ ਲਵ ਹੀ ਨਹੀਂ ਹੁੰਦਾ, ਇਕੱਲਾ ਬਿਊਟੀ ਨਾਲ ਹੀ ਲਵ ਨਹੀਂ ਹੁੰਦਾ, ਹਿਊਮਨ ਨੇਚਰ ਨਾਲ ਵੀ ਲਵ ਹੁੰਦਾ, ਹਿਊਮਨ ਬੀਇੰਗ ਦੀਆਂ ਕੁਆਲਿਟੀਜ਼ ਨਾਲ ਵੀ ਲਵ ਹੁੰਦਾ, ਇਕੱਲੀ ਆਊਟਰ ਬਿਊਟੀ ਨਾਲ ਨਹੀਂ ਹੁੰਦਾ। ਸ਼ੇਕਸਪੀਅਰ ਨੇ ਸਾਰੀ ਚੀਜ਼ਾਂ ਦਾ ਧਿਆਨ ਦਿੱਤਾ ਹੈ। ਇਹੀ ਚੀਜ਼ਾਂ ਸ਼ੇਕਸਪੀਅਰ ਨੂੰ ਦੂਜੇ ਪੋਇਟ ਨਾਲੋਂ, ਦੂਜੇ ਸੋਨਟੇਰੀਅਨਸ ਨਾਲੋਂ ਵੱਖਰਾ ਕਰਦੀਆਂ ਨੇ। ਥੀਜ਼ ਇਨੋਵੇਸ਼ਨਸ ਹੈਵ ਲੈਫਟ ਅ ਲਾਸਟਿੰਗ ਇਨਫਲੂਐਂਸ। ਇਹ ਸਾਰੀ ਚੀਜ਼ਾਂ ਜੋ ਇਹ ਇਨੋਵੇਸ਼ਨਸ ਨੇ, ਨਵੀਆਂ ਚੀਜ਼ਾਂ ਸ਼ੇਕਸਪੀਅਰ ਨੇ ਕੀਤੀਆਂ ਨੇ, ਇਹ ਲਾਸਟਿੰਗ ਇਨਫਲੂਐਂਸ ਛੱਡਦੀਆਂ ਨੇ ਰੀਡਰਸ ਦੇ ਉੱਪਰ, ਮੇਕਿੰਗ ਹਿਜ ਸੋਨਟ ਰਿਜ਼ੋਨੇਟ ਐਜ਼ ਵਿਵਡਲੀ ਟੂਡੇ ਐਜ਼ ਇਨ ਦਾ ਐਲਿਜ਼ਾਬੈਥਨ ਈਰਾ। ਇਹੀ ਕਾਰਨ ਸੀ ਕਿ ਸ਼ੇਕਸਪੀਅਰ ਦੀ ਜੋ ਸੋਨਟਸ ਨੇ, ਪੋਇਮਸ ਨੇ, ਜਿੰਨਾ ਅੱਛੀਆਂ ਐਲਿਜ਼ਾਬੈਥਨ ਈਰਾ ਦੇ ਵਿੱਚ ਲੱਗਦੀਆਂ ਸੀ, ਜਿੰਨੀ ਅੱਛੀ ਪਿਕਚਰ ਐਲਿਜ਼ਾਬੈਥਨ ਈਰਾ ਦੀ ਪੇਸ਼ ਕਰਦੀਆਂ ਸੀ, ਤਾਂ ਉਹੀ ਜਿਹੀ ਪਿਕਚਰ ਅੱਜ ਵੀ ਪੇਸ਼ ਕਰਦੀਆਂ ਨੇ, ਅਤੇ ਓਨੀਆਂ ਹੀ ਜ਼ਿਆਦਾ ਬੈਟਰ ਰੀਡਰਸ ਨੂੰ ਅੱਜ ਵੀ ਲੱਗਦੀਆਂ ਨੇ। ਤਾਂ ਇਹੀ ਕੁਆਲਿਟੀਜ਼ ਨੇ ਜੋ ਸ਼ੇਕਸਪੀਅਰ ਦੀ ਪੋਇਟਰੀ ਨੂੰ, ਸ਼ੇਕਸਪੀਅਰ ਦੇ ਥੀਮ ਨੂੰ, ਸ਼ੇਕਸਪੀਅਰ ਦੀਆਂ ਸੋਨਟ ਨੂੰ ਦੂਜੇ ਨਾਲੋਂ ਵੱਖਰਾ ਕਰਦੀਆਂ ਨੇ। ਉਮੀਦ ਹੈ ਤੁਹਾਨੂੰ ਕੁਐਸਚਨ ਪਸੰਦ ਆਇਆ ਹੋਵੇਗਾ।
ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪਲੀਜ਼ ਵੱਧ ਤੋਂ ਵੱਧ ਕਮੈਂਟ ਕਰਨਾ।